ਹੈਲੋ ਐਵਰੀਵਨ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜੀਵਨ ਦੀ ਮੁੱਢਲੀ ਇਕਾਈ ਕਲਾਸ 9ਵੀਂ ਦਾ ਪਾਠ 5ਵਾਂ, ਜੋ ਕਿ ਜੀਵ ਵਿਗਿਆਨ ਦਾ ਪਹਿਲਾ ਚੈਪਟਰ ਹੈ। ਇਹ ਹੈ ਜੀਵ ਵਿਗਿਆਨ, ਜਿਹਦੇ ਵਿੱਚ ਅਸੀਂ ਜੀਵਾਂ ਬਾਰੇ ਪੜ੍ਹਾਂਗੇ। ਇਸ ਚੈਪਟਰ ਦੇ ਵਿੱਚ ਅਸੀਂ ਜੀਵਨ ਦੀ ਮੁੱਢਲੀ ਇਕਾਈ ਯਾਨੀ ਕਿ ਸੈੱਲ ਬਾਰੇ ਗੱਲ ਕਰਾਂਗੇ। ਸੈੱਲ ਬਾਰੇ ਅਸੀਂ 8ਵੀਂ 'ਚ ਵੀ ਪੜ੍ਹ ਚੁੱਕੇ ਹਾਂ, ਬਟ ਹੁਣ ਅਸੀਂ ਸੈੱਲ ਦੀ ਡਿਟੇਲ ਕਰਾਂਗੇ। ਸੈੱਲ ਦੀ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਹੋਏਗੀ ਸੈੱਲ ਦੀ ਖੋਜ, ਕਿ ਸੈੱਲ ਦੀ ਖੋਜ ਕਿਸ ਨੇ ਕੀਤੀ। ਇਹ ਰੋਬਰਟ ਹੁੱਕ ਸਰ ਦੀ ਪਿਕਚਰ ਹੈ। ਰੋਬਰਟ ਹੁੱਕ ਨੇ ਸਭ ਤੋਂ ਪਹਿਲਾਂ ਸੈੱਲ ਨੂੰ ਦੇਖਿਆ ਔਰ ਉਸਨੇ ਉਸਨੂੰ ਸੈੱਲ ਨਾਮ ਦਿੱਤਾ। ਸੈੱਲ ਐਕਚੁਅਲੀ ਇੱਕ ਲੈਟਿਨ ਵਰਡ ਹੈ ਜਿਹਦਾ ਮਤਲਬ ਹੁੰਦਾ ਹੈ ਕੋਠੜੀ, ਔਰ ਉਸਨੂੰ ਰੋਬਰਟ ਹੁੱਕ ਨੇ ਨਾਮ ਦਿੱਤਾ। ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਨੇ ਇੱਕ ਰੁੱਖ ਦੇ ਬਾਹਰਲੀ ਪਰਤ, ਜਿਹਨੂੰ ਕਿ ਕੌਰਕ ਕਹਿੰਦੇ ਹੈ, ਰੁੱਖ ਦੀ ਬਾਹਰਲੀ ਪਰਤ ਨੂੰ ਕੀ ਕਹਿੰਦੇ, ਕੌਰਕ ਲਈ, ਔਰ ਉਸਦੀ ਬਹੁਤ ਹੀ ਪਤਲੀ ਜਿਹੀ ਸਲਾਈਡ ਲਈ, ਔਰ ਉਸਨੂੰ ਆਪਣੇ ਬਣਾਏ ਗਏ ਮਾਈਕਰੋਸਕੋਪ ਰਾਹੀਂ ਦੇਖਿਆ। ਜਦੋਂ ਉਹਨਾਂ ਨੇ ਆਪਣੇ ਬਣਾਏ ਗਏ ਮਾਈਕਰੋਸਕੋਪ ਰਾਹੀਂ ਦੇਖਿਆ, ਇਹ ਬੱਚੇ ਰੋਬਰਟ ਹੁੱਕ ਦੁਆਰਾ ਬਣਾਇਆ ਗਿਆ ਮਾਈਕਰੋਸਕੋਪ ਹੈ, ਸੂਖਮਦਰਸ਼ੀ ਹੈ। ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੂੰ ਕੁਛ ਇਸ ਤਰ੍ਹਾਂ ਦੀ ਸਟਰਕਚਰ ਦਿਖੀ। ਰੋਬਰਟ ਹੁੱਕ ਸਰ ਨੂੰ ਇਸ ਤਰ੍ਹਾਂ ਦੀ ਸਟਰਕਚਰ ਦਿਖੀ। ਦੇਖੋ ਤੁਸੀਂ ਇਹਦੇ ਵਿੱਚ ਕਿੰਨੇ ਛੋਟੇ ਛੋਟੇ, ਦੇਖੋ ਬਹੁਤ ਛੋਟੇ ਛੋਟੇ ਤੁਹਾਨੂੰ ਡੱਬੇ ਲਾਈਕ ਸਟਰਕਚਰਸ ਦਿਖਾਈ ਦੇ ਰਹੀਆਂ ਹਨ। 1 ਮਿੰਟ, ਹੈ ਨਾ, ਤੁਹਾਨੂੰ ਡੱਬੇ ਲਾਈਕ ਸਟਰਕਚਰਸ ਦਿਖਾਈ ਦੇ ਰਹੀਆਂ ਹਨ ਨਾ। ਤਾਂ ਇਹਨਾਂ ਨੇ ਇਹਨਾਂ ਡੱਬੇ ਰਾਹੀਂ ਸਟਰਕਚਰਸ ਨੂੰ ਕੀ ਕਹਿ ਤਾ, ਇਹਨਾਂ ਨੂੰ ਕਿਹਾ ਇਹ ਕੀ ਹਨ, ਸੈੱਲ ਹਨ। ਜਿਵੇਂ ਕੋਠੜੀ ਹੁੰਦੀ ਹੈ, ਜਿਵੇਂ ਘਰਾਂ ਦੇ ਛੋਟੇ ਛੋਟੇ ਕਮਰੇ ਲਾਈਕ ਕਮਰੇ ਹੁੰਦੇ ਹਨ, ਉਹਨਾਂ ਨੇ ਉਹਦਾ ਨਾਮ ਦਿੱਤਾ ਸੈੱਲ ਔਰ ਕੰਪਾਰਟਮੈਂਟ ਮਤਲਬ ਕੋਠੜੀ, ਠੀਕ ਹੈ। ਔਰ ਇਹ ਕਿੰਨੇ ਲੱਭਿਆ, ਰੋਬਰਟ ਹੁੱਕ ਸਰ ਨੇ। ਇਹ ਤੁਹਾਨੂੰ ਜਾਣਕਾਰੀ ਤੁਹਾਡੇ ਚੈਪਟਰ ਦੇ ਪਹਿਲੇ ਭਾਗ ਦੇ ਵਿੱਚ, ਪਹਿਲੇ ਪੇਜ ਦੇ ਵਿੱਚ ਮਿਲ ਜਾਂਦੀ ਹੈ, ਜੋ ਕਿ ਆ ਰਿਹਾ ਇੱਥੇ। ਤੁਹਾਨੂੰ ਸਾਰੀ ਜਾਣਕਾਰੀ ਇਸ ਦੀ ਮਿਲਦੀ ਹੈ ਇਸ ਪੈਰਾਗ੍ਰਾਫ ਦੇ ਵਿੱਚ। ਹੁਣ ਅਸੀਂ ਅੱਗੇ ਪੜ੍ਹਦੇ ਹਾਂ ਕਿ ਸੰਜੀਵ ਇਸ 'ਤੇ ਬਣੇ ਹੁੰਦੇ ਹਨ। ਐਕਚੁਅਲੀ ਜਿੰਨੇ ਵੀ ਸੰਜੀਵ ਹੈ, ਜੀਵ ਹੈ, ਜੀਵਾਂ ਦੇ ਵਿੱਚ ਆਪਣੇ ਕੋਲ ਸਾਰੇ ਪੌਦੇ, ਜੰਤੂ, ਕੀੜੇ ਮਕੌੜੇ ਸਭ ਕੁਛ ਆਉਂਦਾ, ਠੀਕ ਹੈ। ਜੀਵਾਣੂ ਵੀ ਆਉਂਦੇ ਹਨ, ਔਰ ਆਪਣੇ ਕੋਲ ਉੱਲੀ ਵੀ ਆਉਂਦੀ ਹੈ, ਹਰ ਚੀਜ਼ ਆਉਂਦੀ ਹੈ। ਜੋ ਤੁਸੀਂ 8ਵੀਂ ਦੇ ਵਿੱਚ ਸੂਖਮਦਰਸ਼ੀ ਚੈਪਟਰ ਦੇ ਵਿੱਚ ਪੜ੍ਹੀ ਹੈ ਉਹ ਵੀ ਆਉਂਦੀ ਹੈ, ਅਤੇ ਵੈਸੇ ਵੀ ਜੋ ਤੁਹਾਨੂੰ ਨੰਗੀਆਂ ਅੱਖਾਂ ਨਾਲ ਜੀਵ ਦਿਖਦੇ ਆ ਉਹ ਵੀ ਆਉਂਦੇ ਹਨ। ਤਾਂ ਜੀਵਾਂ ਦੀ ਜਿਹੜੀ ਮੁੱਢਲੀ ਇਕਾਈ ਹੈ ਪੁੱਤਰ ਜੀ, ਉਹ ਹੈ ਸੈੱਲ, ਠੀਕ ਹੈ। ਸਾਰੇ ਦੇ ਸਾਰੇ ਜੀਵ ਜਿਹੜੇ ਹੁੰਦੇ ਹਨ ਸੈੱਲਾਂ ਰਾਹੀਂ ਬਣੇ ਹੁੰਦੇ ਹਨ। ਇਸ ਨੂੰ ਸਟੱਡੀ ਕਰਨ ਲਈ 5.1 ਦੇ ਵਿੱਚ ਤੁਹਾਨੂੰ ਇੱਕ ਕਿਰਿਆ ਦਿੱਤੀ ਹੋਈ ਹੈ, ਜੋ ਕਿ ਪਿਆਜ਼ ਨੂੰ ਲੈ ਕੇ ਕੀਤੀ ਗਈ ਹੈ। ਪਿਆਜ਼ ਦੇ ਨੂੰ ਜਦੋਂ ਕੱਟਦੇ ਹਾਂ, ਉਹਦੇ ਅੰਦਰ ਵੱਲ ਪਤਲੀ ਜੀ ਅਸੀਂ ਲਾਈਨਿੰਗ ਲੈ ਕੇ ਉਸਨੂੰ ਮਾਈਕਰੋਸਕੋਪ ਦੇ ਜਦੋਂ ਥੱਲੇ ਦੇਖਦੇ ਹਾਂ, ਸਾਨੂੰ ਪਿਆਜ਼ ਦੀ ਕੁਛ ਇਸ ਤਰ੍ਹਾਂ ਦੀ ਸਟਰਕਚਰ ਦਿਖਾਈ ਦਿੰਦੀ ਹੈ। ਹੁਣ ਆਹ ਦੇਖੋ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਪਿਆਜ਼ ਦੀ ਜਿਹੜੀ ਮਾਈਕਰੋਸਕੋਪ ਦੇ ਵਿੱਚ ਸਟਰਕਚਰ ਦਿਖਦੀ ਹੈ, ਉਹ ਐਕਚੁਅਲ 'ਚ ਐਵੇਂ ਦੀ ਹੁੰਦੀ ਹੈ, ਠੀਕ ਹੈ। ਆਹ ਦੇਖੋ ਤੁਹਾਨੂੰ ਦਿਖ ਰਿਹਾ ਹੋਏਗਾ। ਆਹ ਦੇਖੋ, ਆਹ ਇੱਕ ਕੀ ਹੈ, ਇਹ ਇੱਕ ਸੈੱਲ ਹੈ, ਠੀਕ ਹੈ। ਇਹ ਦੂਸਰਾ ਸੈੱਲ ਹੈ, ਔਰ ਆਹ ਉਹਦਾ ਨਿਊਕਲੀਅਸ ਹੈ। ਇਹ ਫਿਰ ਉਹਦਾ ਤੀਸਰਾ ਸੈੱਲ ਹੈ, ਠੀਕ ਹੈ ਜੀ। ਆਹ ਨਿਊਕਲੀਅਸ ਹੈ। ਇੱਦਾਂ ਹੀ ਇਹ ਸਾਰੇ ਸੈੱਲ ਇੱਕ ਦੂਜੇ ਨਾਲ ਕੀ ਹੁੰਦੇ ਹੈ, ਜੁੜੇ ਹੁੰਦੇ ਹਨ, ਠੀਕ ਹੈ। ਇਹ ਜਿਹੜੇ ਸੈੱਲ ਹੈ ਇਹ ਕੀ ਹੈ, ਜੁੜੇ ਹੋਏ ਹੈ, ਇੱਕ ਦੂਜੇ ਨਾਲ ਅਟੈਚ ਹੈ। ਇੱਕ ਸੈੱਲ ਮਤਲਬ ਇੱਕ ਸੈੱਲ ਜਦੋਂ ਇੱਦਾਂ ਅਟੈਚ ਹੁੰਦਾ ਹੈ, ਇਹ ਕੀ ਬਣਾ ਦਿੰਦਾ ਹੈ, ਟਿਸ਼ੂ ਬਣਾ ਦਿੰਦਾ ਹੈ। ਇੱਕ ਸੈੱਲ ਜਦੋਂ ਇੱਦਾਂ ਅਟੈਚ ਹੁੰਦਾ ਹੈ, ਉਹਨੂੰ ਕੀ ਬਣਾ ਦਿੰਦਾ, ਟਿਸ਼ੂ ਬਣਾ ਦਿੰਦਾ। ਇਹ ਤੁਹਾਨੂੰ ਸਾਰੇ ਸੈੱਲ ਦਿਖ ਰਹੇ ਹਨ। ਇਹ ਪਿਆਜ਼ ਦੀ ਝਿੱਲੀ ਦੇ ਅੰਦਰ ਸੈੱਲ ਮੌਜੂਦ ਹਨ। ਔਰ ਜਦੋਂ ਵੀ ਕਿਸੇ ਵੀ ਜੀਵ ਦੀ ਹੋਂਦ ਹੁੰਦੀ ਹੈ, ਜਦੋਂ ਵੀ ਉਹਦਾ ਜਨਮ ਹੁੰਦਾ ਹੈ,
ਉਹਦੀ ਸਟਾਰਟਿੰਗ ਕਿੱਥੋਂ ਹੁੰਦੀ ਹੈ ਪੁੱਤਰ ਜੀ? ਇੱਕ ਸੈੱਲ ਤੋਂ ਹੁੰਦੀ ਹੈ। ਜਿਵੇਂ ਕਿ ਤੁਸੀਂ 8ਵੀਂ 'ਚ ਪੜ੍ਹਿਆ ਹੋਏਗਾ, ਯੁਗਮਜ। ਜਿਹੜੇ ਯੁਗਮਜ ਹੁੰਦਾ ਹੈ, ਜਦੋਂ ਸ਼ੁਕਰਾਣੂ ਅਤੇ ਅੰਡਾਣੂ ਦਾ ਜੋ ਫਿਊਜ਼ਨ ਹੁੰਦਾ ਹੈ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਉਹਦੇ ਨਾਲ ਇੱਕ ਸੈੱਲ ਬਣਦਾ ਹੈ, ਇੱਕ ਸਿੰਗਲ ਸੈੱਲ ਬਣਦਾ ਹੈ, ਜਿਹਨੂੰ ਕੀ ਕਹਿੰਦੇ ਹਾਂ? ਯੁਗਮਜ ਕਹਿੰਦੇ ਹਾਂ। ਠੀਕ ਹੈ, ਮਤਲਬ ਸਾਰੇ ਜੀਵਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਸਟਾਰਟਿੰਗ ਹੈ, ਉਹ ਕਿੱਥੋਂ ਹੁੰਦੀ ਹੈ? ਇੱਕ ਸੈੱਲ ਤੋਂ ਹੁੰਦੀ ਹੈ। ਹੁਣ ਅਸੀਂ ਅੱਗੇ ਥੋੜ੍ਹੀ ਜਿਹੀ ਹਿਸਟਰੀ ਬਾਰੇ ਦੇਖਦੇ ਹਾਂ, ਕੋਸ਼ਿਕਾ ਸੈੱਲ ਦੀ ਹਿਸਟਰੀ ਬਾਰੇ। ਇਹ ਤੁਹਾਡੀ ਬੁੱਕ ਦੇ ਵਿੱਚੋਂ ਹੀ ਪੇਜ ਲਿਆ ਗਿਆ ਹੈ, ਪਾਰਟ ਲਿਆ ਗਿਆ ਹੈ। ਆਹ ਦੇਖੋ ਜੀ, ਸਭ ਤੋਂ ਪਹਿਲਾਂ ਉਹਨਾਂ ਨੇ ਇਸੇ ਰੋਬਰਟ ਹੁੱਕ ਦੇ ਬਾਰੇ ਦੱਸਿਆ ਕਿ ਰੋਬਰਟ ਹੁੱਕ ਨੇ 1665 ਈਸਵੀ ਦੇ ਵਿੱਚ ਉਹਨਾਂ ਨੇ ਕੋਸ਼ਿਕਾ ਦਾ ਪਤਾ ਲਗਾਇਆ। ਫਿਰ ਇੱਕ ਹੋਰ ਸਾਇੰਟਿਸਟ ਸੀ ਜਿਨ੍ਹਾਂ ਦਾ ਨਾਮ ਸੀ ਲੂਇਨ ਹੌਕ। ਜੋ ਲੂਇਨ ਹੌਕ ਸੀ, ਉਹਨਾਂ ਨੇ ਇੱਕ ਉੱਤਮ ਸੂਖਮਦਰਸ਼ੀ ਬਣਾ ਕੇ ਛੱਪੜ ਦਾ ਪਾਣੀ ਲੈ ਕੇ, ਛੱਪੜ ਦੇ ਪਾਣੀ ਨੂੰ ਉਹਨਾਂ ਨੇ ਵੇਖਿਆ ਅਤੇ ਦੇਖਿਆ ਕਿ ਉਹਦੇ ਵਿੱਚ ਸੁਤੰਤਰ ਜੀਵ ਸੈੱਲ ਹਨ। ਅਤੇ ਉਹਨਾਂ ਨੇ ਜਿਵੇਂ ਜਿਵੇਂ ਉਹ ਦਿਖੇ ਉਵੇਂ ਉਵੇਂ ਉਹਨਾਂ ਨੇ ਆਪਣੇ ਪੇਪਰ 'ਤੇ ਉਹਦੀ ਡਾਇਗਰਾਮ ਬਣਾਏ। 1831 ਦੀ ਗੱਲ ਹੈ, ਜਦੋਂ ਕਿ ਰੋਬਰਟ ਬਰਾਊਨ ਸਰ ਨੇ ਕੇਂਦਰਕ ਦਾ ਪਤਾ ਲਗਾਇਆ। ਹੁਣ ਬੱਚੇ ਜੀ, ਰੋਬਰਟ ਬਰਾਊਨ ਅਤੇ ਰੋਬਰਟ ਹੁੱਕ ਨੂੰ ਕਨਫਿਊਜ਼ ਨਹੀਂ ਕਰਨਾ। ਬੱਚੇ ਹਮੇਸ਼ਾ ਇੱਥੇ ਗਲਤੀ ਕਰਦੇ। ਰੋਬਰਟ ਹੁੱਕ ਜੋ ਸੀ, ਉਹਨਾਂ ਨੇ ਸੈੱਲ ਦੀ ਖੋਜ ਕੀਤੀ ਸੀ, ਅਤੇ ਰੋਬਰਟ ਬਰਾਊਨ ਨੇ ਕੇਂਦਰਕ ਦੀ ਖੋਜ ਕੀਤੀ ਸੀ। ਉਸ ਤੋਂ ਬਾਅਦ ਹੈ ਜੀ ਜੇ.ਈ. ਪੁਰਕੇਂਜੇ ਨੇ ਤਰਲ ਜੈਵਿਕ ਪਦਾਰਥ, ਜੀਵ ਦ੍ਰਵ ਜਿਹਨੂੰ ਕਹਿੰਦੇ ਆ, ਉਹਨਾਂ ਨੇ ਉਹਨੂੰ ਤਰਲ ਜੈਵਿਕ ਪਦਾਰਥ ਨੂੰ ਨਾਮ ਦਿੱਤਾ ਜੀਵ ਦ੍ਰਵ। ਫਿਰ ਬਚੇ ਦੋ ਵਿਗਿਆਨਿਕ ਸੀ, ਐਮ ਸ਼ੇਲਡਨ ਜਿਹੜੇ ਸੀ ਉਹ ਬੋਟੈਨਿਸਟ ਸੀ, ਅਤੇ ਟੀ ਸ਼ਵਾਨ ਜਿਹੜੇ ਸੀ ਉਹ ਜੂਲੌਜਿਸਟ ਸੀ। ਠੀਕ ਹੈ, ਬੋਟੈਨਿਸਟ ਕੀ ਹੁੰਦੇ ਆ ਬੱਚੇ? ਜਿਹੜੇ ਪੌਦਿਆਂ ਦੀ ਸਟੱਡੀ ਕਰਦੇ ਆ, ਪੌਦਿਆਂ ਦੇ ਬਾਰੇ ਪੜ੍ਹਦੇ ਹਨ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬੋਟੈਨਿਸਟ। ਔਰ ਸ਼ਵਾਨ ਜਿਹੜੇ ਸੀਗੇ ਉਹ ਜੂਲੌਜਿਸਟ ਸੀ। ਜੂਲੌਜਿਸਟ ਮਤਲਬ ਜਿਹੜੇ ਕਿ ਜੰਤੂਆਂ ਦੀ ਸਟੱਡੀ ਕਰਦੇ ਹਨ, ਉਹਨਾਂ ਨੂੰ ਅਸੀਂ ਜੂਲੌਜਿਸਟ ਕਹਿੰਦੇ ਹਾਂ। ਉਹਨਾਂ ਨੇ ਇੱਕ ਸੈੱਲ ਸਿਧਾਂਤ ਦਿੱਤਾ। ਸੈੱਲ ਸਿਧਾਂਤ ਮਤਲਬ ਸੈੱਲ ਅਸੀਂ ਕਿਸ ਨੂੰ ਆਖਾਂਗੇ? ਕਿਉਂਕਿ ਦੋਵੇਂ ਸ਼ੇਲਡਨ ਅਤੇ ਸ਼ਵਾਨ ਦੋਵੇਂ ਹੀ ਆਪਣੀ ਮਤਲਬ ਫੀਲਡ ਦੇ ਵਿੱਚ ਮਹਾਨਤਾ ਹਾਸਿਲ ਕਰ ਚੁੱਕੇ ਸੀ। ਔਰ ਦੋਵੇਂ ਹੀ, ਸ਼ੇਲਡਨ ਨੇ ਆਪਣੀ ਫੀਲਡ ਦੇ ਵਿੱਚ ਮਤਲਬ ਪੌਦਿਆਂ ਦੀ ਸਟੱਡੀ ਕਰਦਿਆਂ ਹੋਇਆ ਉਹਨੇ ਪੌਦਿਆਂ ਦੇ ਸੈੱਲ ਨੂੰ ਦੇਖਿਆ ਸੀ ਬਹੁਤ ਡੂੰਘਾਈ ਨਾਲ, ਅਤੇ ਸ਼ਵਾਨ ਨੇ ਜੰਤੂਆਂ ਦੇ ਸੈੱਲ ਨੂੰ ਦੇਖਿਆ ਸੀ। ਉਹ ਇੱਕ ਸੈਮੀਨਾਰ ਦੇ ਵਿੱਚ ਮਿਲੇ ਔਰ ਦੋਵਾਂ ਨੇ ਆਪਣੀ ਡਿਸਕਵਰੀ ਦੀ ਗੱਲ ਕੀਤੀ। ਤਾਂ ਉਹਨਾਂ ਨੇ ਉਸ ਤੋਂ ਬਾਅਦ ਮਿਲ ਕੇ ਇੱਕ ਸੈੱਲ ਦਾ ਸਿਧਾਂਤ ਦਿੱਤਾ ਕਿ ਅਸੀਂ ਕਿਸੇ ਵੀ ਚੀਜ਼ ਨੂੰ ਸੈੱਲ ਨਹੀਂ ਕਹਾਂਗੇ, ਬਟ ਅਸੀਂ ਕੁਛ ਪੁਆਇੰਟ ਦਿੰਦੇ ਹਾਂ, ਔਰ ਅਗਰ ਇਹ ਪੁਆਇੰਟ ਕਿਸੇ ਨਾਲ ਮਿਲਦੇ ਹਨ ਉਹਨਾਂ ਨੂੰ ਹੀ ਸੈੱਲ ਦੇਵਾਂਗੇ। ਬੱਚੇ ਤੁਹਾਡੇ ਸਿਲੇਬਸ 'ਚ ਨਹੀਂ ਹੈ ਸੈੱਲ ਦਾ ਸਿਧਾਂਤ। ਅਗਰ ਜਿਹਨੂੰ ਲੱਗੇ ਕਿ ਅਸੀਂ ਸੈੱਲ ਦਾ ਸਿਧਾਂਤ ਪੜ੍ਹਨਾ, ਉਹ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹਨ। ਚਲੋ ਨੈਕਸਟ, ਸੈੱਲ ਦੇ ਸਿਧਾਂਤ ਦੇ ਵਿੱਚ ਫਿਰ ਕੁਛ ਇੱਕ ਤਬਦੀਲੀਆਂ ਲਿਆਂਦੀਆਂ ਗਈਆਂ, ਔਰ ਉਸ ਤਬਦੀਲੀਆਂ ਨੂੰ ਵਿਰਚੋ ਨਾਮ ਦੇ ਸਾਇੰਟਿਸਟ ਨੇ ਉਸ ਸੈੱਲ ਸਿਧਾਂਤ ਨੂੰ ਹੋਰ ਅੱਗੇ ਵਧਾਇਆ। ਉਹਨੇ ਕੁਛ ਹੋਰ ਪੁਆਇੰਟ ਦਿੱਤੇ ਜਿਸ ਤੋਂ ਪਤਾ ਲੱਗੇਗਾ ਕਿ ਸੈੱਲ ਅਸੀਂ ਐਕਚੁਅਲੀ ਕਿਹਨੂੰ ਕਹਿੰਦੇ ਹਾਂ। ਉਹਨੇ ਇੱਕ ਹੋਰ ਬਹੁਤ ਇੰਪੋਰਟੈਂਟ ਲਾਈਨ ਕਹੀ। ਉਹ ਕਹਿੰਦਾ ਕਿ ਜਿਹੜੇ ਸੈੱਲ, ਨਵੇਂ ਸੈੱਲ ਜਿਹੜੇ ਬਣਦੇ ਹਨ, ਉਹ ਆਪਣੇ ਪੁਰਾਣੇ ਸੈੱਲਾਂ ਤੋਂ ਹੀ ਬਣਦੇ ਹਨ। ਮਤਲਬ ਕਿ ਇੱਕ ਸੈੱਲ ਹੈ, ਜਿਵੇਂ ਮੰਨ ਲਓ ਇੱਕ ਸੈੱਲ ਹੈ, ਇਸ ਸੈੱਲ ਤੋਂ ਹੀ ਅੱਗੇ ਸੈੱਲ ਬਣਨਗੇ। ਮਤਲਬ ਇੱਕ ਸੈੱਲ ਤੋਂ ਦੋ ਸੈੱਲ ਬਣਨਗੇ, ਔਰ ਫਿਰ ਦੋ ਅੱਗੋਂ ਚਾਰ ਦੇ ਵਿੱਚ ਡਿਵਾਈਡਡ ਹੋ ਜਾਏਗਾ। ਮਤਲਬ ਕਿ ਅਗਰ ਜਦੋਂ ਵੀ ਕੋਈ ਨਵਾਂ ਸੈੱਲ ਬਣੇਗਾ, ਉਹ ਆਪਣੇ ਪੁਰਾਣੇ ਸੈੱਲ ਤੋਂ ਹੀ ਬਣੇਗਾ। ਉਹਦੇ ਲਈ ਉਹ ਨਵੇਂ ਸਿਰੇ ਤੋਂ ਨਿਊ ਨਹੀਂ ਬਣੇਗਾ। ਉਹ ਜਿਹੜਾ ਆਹ ਵਾਲਾ ਸੈੱਲ ਹੈ, ਪੁਰਾਣਾ ਸੈੱਲ, ਉਹਨੂੰ ਮੋਸਟਲੀ ਕਹਿੰਦੇ ਪੇਰੈਂਟ ਸੈੱਲ। ਠੀਕ ਹੈ, ਕਹਿੰਦੇ ਪਿਤਰਕ ਸੈੱਲ। ਅਤੇ ਆਹ ਜਿਹੜਾ ਹੁੰਦਾ ਡਾਟਰ ਸੈੱਲ
कहलाता, नवा सैल जिहड़ा बनदा। ये उन्होंने मतलब बहुत इंपॉर्टेंट लाइन कही कि कोई भी सैल जदों भी बनता है वो किहदे नाल बनता है, वो अपने पुराने सैलों तो ही बनता है। जदों बच्चे की इलैक्ट्रॉन सूक्ष्मदर्शी की खोज हुई, इलैक्ट्रॉन सूक्ष्मदर्शी सब तो पावरफुल सूक्ष्मदर्शी है जिहदे विच असीं बहुत छोटे तो छोटी चीज़ां देख सकते हैं। जदों इलैक्ट्रॉन सूक्ष्मदर्शी की खोज हुई उस तो बाद सैल के गुंझलदार रचना का भी पता लगा और सानू पता लगा सैल छोटा नहीं, सैल तो भी छोटे छोटे उहदे विच अंग हैं जिन्हों असीं निकड़े अंग कहते हैं। ठीक है जी। हुण असीं अगे चलते हाँ सैलां की संख्या के आधार ते दी वंड। जिहड़े सैलां की संख्या, हर जीव दे विच सैलां की संख्या अलग अलग होंदी है। जिहड़े साडे कोल प्रिमिटिव सैल है, मतलब पुराने सैल है, जिहड़े कि धरती दे उपर सब तो पहला आए सी, वो मोस्टली साडे कोल एक सैली जीव सन और उस तो बाद बहुसैली जीव बने। सैलां की संख्या के आधार ते मतलब किसी जीव दे विच किन्ने सैल हैं उस आधार ते असीं जीवां नूं दो भागां विच डिवाइड करता है, दो भागां च वंडदा। पहला है एक सैली जीव। एक सैली जीव किहड़ा हुंदा बच्चे? ਉਹ जीव जो केवल एक सैल ਦੇ बने ਹੁੰਦੇ ਹਨ ਉਹਨਾਂ ਨੂੰ ਇੱਕ ਸੈਲੀ जीव ਕਹਿੰਦੇ ਹਨ। ਜਿਵੇਂ ਤੁਸੀਂ ਜਾਣਦੇ ਹੋ ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ, ਇਸ ਤੋਂ ਇਲਾਵਾ ਜੀਵਾਣੂ ਵੀ ਹੁੰਦੇ ਹਨ। ਠੀਕ ਹੈ, ਜੀਵਾਣੂ ਵੀ ਇੱਕ ਸੈਲੀ जीव ही ਹੁੰਦੇ ਹਨ। ਉਸ ਤੋਂ ਬਾਅਦ ਹੈ ਬਹੁਸੈਲੀ जीव। ਬਹੁਸੈਲੀ जीव ਹੁੰਦੇ ਹਨ ਉਹ जीव ਜੋ ਦੋ ਜਾਂ ਦੋ ਤੋਂ ਵੱਧ ਸੈੱਲਾਂ ਤੋਂ ਬਣੇ ਹੁੰਦੇ ਹਨ, ਉਹਨਾਂ ਨੂੰ ਬਹੁਸੈਲੀ जीव ਕਹਿੰਦੇ ਹਨ। ਬੱਚੇ ਬਹੁਸੈਲੀ जीव 'ਚ ਸਾਡੇ ਕੋਲ ਆ ਜਾਂਦੇ ਜੰਤੂ, ਛਿਪਕਲੀਆਂ, ਪੌਦੇ, ਮਨੁੱਖ, ਡੱਡੂ ਆਦਿ ਸਾਰੇ ਦੇ ਸਾਰੇ ਅਸੀਂ ਕੀ ਹਾਂ? ਬਹੁਸੈਲੀ जीव ਹਾਂ। ਹੁਣ ਇੱਕ ਸੈਲੀ ਜੀਵਾਂ ਦੀ ਤੁਹਾਨੂੰ ਐਗਜ਼ੈਂਪਲ ਦਿਖਾਈ ਹੈ, ਦੇਖੋ ਅਮੀਬਾ ਹੈ। ਅਮੀਬਾ ਕਿਸੇ ਵੀ ਸ਼ੇਪ ਦੇ ਵਿੱਚ ਹੋ ਸਕਦਾ, ਠੀਕ ਹੈ ਜੀ। ਇਹ ਤੁਹਾਡੇ ਕੋਲ ਯੂਗਲੀਨਾ, ਯੂਗਲੀਨਾ ਕੁਛ ਇਸ ਤਰ੍ਹਾਂ ਦਾ ਹੁੰਦਾ। ਯੂਗਲੀਨਾ ਦੇ ਵਿੱਚ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਇਹ ਪੌਦਿਆਂ ਦੀ ਤਰ੍ਹਾਂ ਵੀ ਕੰਮ ਕਰਦਾ ਅਤੇ ਇਹ ਜੰਤੂਆਂ ਦੀ ਤਰ੍ਹਾਂ ਵੀ ਕੰਮ ਕਰਦਾ ਯੂਗਲੀਨਾ। ਠੀਕ ਹੈ, ਫਿਰ ਸਾਡੇ ਕੋਲ ਜਿਹੜੀ ਸਟਰਕਚਰ ਹੈ ਇਹ ਹੁੰਦੀ ਹੈ ਪੈਰਾਮੀਸ਼ੀਅਮ ਦੀ, ਔਰ ਹੈ ਸਾਡਾ ਜੀਵਾਣੂ ਬੈਕਟੀਰੀਆ। ਇਹਦੀ ਡਾਇਗਰਾਮ ਆਪਾਂ ਅੱਗੋਂ ਕਰਾਂਗੇ। ਬੱਚੇ ਅਗਰ ਤੁਹਾਨੂੰ ਇਹ ਲੈਸਨ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ। ਠੀਕ ਹੈ, ਅਗਰ ਤੁਹਾਨੂੰ ਲੱਗਾ ਕਿ ਨਹੀਂ ਕੁਛ ਹੋਰ ਇੰਪਰੂਵਮੈਂਟ ਦੀ ਲੋੜ ਹੈ, ਵੈਸੇ ਤਾਂ ਇੰਪਰੂਵਮੈਂਟ ਦੀ ਬਹੁਤ ਲੋੜ ਹੈ, ਬਟ ਅਗਰ ਪੜ੍ਹਾਉਣ ਦੇ ਵਿੱਚ ਸਮਝਾਉਣ ਦੇ ਵਿੱਚ ਕੁਛ ਇੰਪਰੂਵਮੈਂਟ ਦੀ ਲੋੜ ਹੈ ਤਾਂ ਜ਼ਰੂਰ ਦੱਸੋ। और अगर अच्छा लगे तो प्लीज़ लाइक करो, अगर अच्छा नहीं लगता तो भी डिसलाइक कर दो। अगर अच्छा लगे तो चैनल में सब्सक्राइब करो। थैंक यू सो मच।